लखविंदर 2 मिनट साथी। वाहिगुरू जी का खालसा वाहिगुरू जी की फतेह। बहुत ही सत्कारयोग ईटीटी टैट पास अध्यापक साथियों, 435 पोस्टां ਦੀ ਸਕਰੂਟਨੀ ਕਰਵਾ ਚੁੱਕੇ ਸਾਥੀਆਂ। ਤਾਂ ਜਿਹੜੇ ਸਾਥੀਆਂ ਦੇ ਨੰਬਰ ਹਾਲੇ ਘੱਟ ਆ, ਜਿਨ੍ਹਾਂ ਦੀ ਹਜੇ ਸਕਰੂਟਨੀ ਦੇ ਵਿੱਚ ਵਾਰੀ ਨਹੀਂ ਆਈ, ਉਹ ਕਿਸੇ ਵੀ ਤਰ੍ਹਾਂ ਦਾ ਮਨ 'ਚ ਕੋਈ ਸ਼ੰਕਾ ਨਾ ਰੱਖਣ, ਕਿਉਂਕਿ ਇਹ ਜਿਹੜੀ ਕੱਟ ਆਫ ਆ ਇਹ 2364 ਦੇ ਮੁਕਾਬਲੇ ਬਹੁਤ ਹਾਈ ਲੈਵਲ ਤੇ ਆ, ਜੋ ਸਮਾਂ ਆਉਣ ਦੇ ਨਾਲ ਨਾਲ ਜਿੱਦਾਂ ਜਿੱਦਾਂ ਲਿਸਟਾਂ ਪੈਣਗੀਆਂ ਨੀਚੇ ਆਊਗੀ। ਤਾਂ ਸਾਥੀਓ, ਅੱਜ ਜਿਹੜਾ ਲਾਈਵ ਹੋਣ ਦਾ ਮੇਨ ਕਾਰਨ ਸੀਗਾ, ਪਿਛਲੇ ਦਿਨਾਂ ਤੁਸੀਂ ਵੀ ਗਰੁੱਪਾਂ ਦੇ ਵਿੱਚ ਦੇਖ ਰਹੇ ਸੀ ਕਿ ਗਰੁੱਪਾਂ ਦੇ ਵਿੱਚ ਕੁਝ ਕੁ ਲੋਕਾਂ ਵੱਲੋਂ ਵੱਡੇ ਵੱਡੇ ਮੈਸੇਜ ਬਣਾ ਕੇ ਪਾਏ ਜਾ ਰਹੇ ਨੇ ਕਿ ਯੂਨੀਅਨ ਕਿੱਥੇ ਆ, ਯੂਨੀਅਨ ਕੀ ਕਰ ਰਹੀ ਆ। ਮੈਂ ਉਹਨਾਂ ਵਿਦਵਾਨਾਂ ਨੂੰ ਸਭ ਤੋਂ ਪਹਿਲਾਂ ਇੱਕ ਗੱਲ ਦੱਸਣੀ ਚਾਹੂੰਗਾ, ਜੋ 6635 ਦੀ ਜਿਹੜੀ ਤਰੀਕ ਆ ਉਹ ਅੱਗੇ ਗਈ ਆ 20 ਜਨਵਰੀ ਤੋਂ 10 ਫਰਵਰੀ। ਤਾਂ ਉਹ ਕੋਈ ਹੋਰ ਕਾਰਨ ਨਹੀਂ ਹੁੰਦਾ, ਸਿਰਫ ਕਰੋਨਾ ਕਾਲ ਕਰਕੇ ਜਿਹੜੀਆਂ ਤਰੀਕਾਂ ਸੀਗੀਆਂ ਉਹ ਐਕਸਟੈਂਡ ਹੋਈਆਂ ਨੇ। ਜਿਹੜੀ ਆ ਮੇਰੇ ਵੀਰ ਨੇ ਵਿੱਚ ਇੱਕ ਮੈਸੇਜ ਕੀਤਾ ਕਿ ਯੂਨੀਅਨ ਨੇ ਕੇਕ ਕਿਉਂ ਕੱਟ ਕੀਤਾ। ਗੁਰਵਿੰਦਰ ਵੀਰ, ਜਿਹੜਾ ਕੇਕ ਕੱਟਿਆ ਸਾਨੂੰ ਵੀ ਪਤਾ ਲੱਗੇ ਨਾ ਕਿੱਥੇ ਕੱਟਿਆ, ਕਿਹੜੇ ਯੂਨੀਅਨ ਮੈਂਬਰ ਵੱਲੋਂ ਕੇਕ ਕੱਟਿਆ ਗਿਆ। ਜੇ ਕਿਸੇ ਦਾ ਕੋਈ ਨਿੱਜੀ ਜਨਮ ਦਿਨ ਆ ਚਾਹੇ ਕੋਈ ਹੋਰ ਪ੍ਰੋਗਰਾਮ, ਜੇ ਉਹਨੇ ਕੇਕ ਕੱਟ ਲਿਆ ਉਹਦੇ ਵਿੱਚ ਯੂਨੀਅਨ ਦਾ ਕੋਈ ਨਹੀਂ ਹੈਗਾ। ਤਾਂ ਬਾਕੀ ਜਿਹੜੀ ਗੱਲ, ਸੌਰੀ ਸਾਥੀਓ, ਨੈਟਵਰਕ 'ਚ ਪ੍ਰੋਬਲਮ ਕਰਕੇ ਇੱਕ ਵਾਰੀ ਕੱਟਿਆ ਗਿਆ ਸੀ। ਤਾਂ ਜਿਹੜੀ ਵਾਰ-ਵਾਰ ਗੱਲ ਕੀਤੀ ਜਾ ਰਹੀ ਹੈ ਕਿ ਤੁਸੀਂ ਜਿਹੜੀ ਐਪਲੀਕੇਸ਼ਨ ਆ ਉਹ ਕਿਉਂ ਨਹੀਂ ਲਗਾ ਕੇ ਜਿਹੜੀ ਤਰੀਕ ਅੱਗੇ ਪਾਈ ਜਾ ਰਹੀ। ਤਾਂ ਸਾਥੀਓ, ਇੱਥੇ ਤੁਹਾਨੂੰ ਇੱਕ ਗੱਲ ਦੱਸਣਾ ਚਾਹਾਂਗਾ ਕਿ ਮੰਨ ਲਓ ਆਪਣੀ ਤਰੀਕ 20 ਜਨਵਰੀ ਸੀ, ਤਾਂ ਐਨਸੀਟੀ ਤੋਂ ਜਵਾਬ ਜਿਹੜਾ ਉਹ ਮਾਣਯੋਗ ਹਾਈ ਕੋਰਟ ਵੱਲੋਂ ਮੰਗਿਆ ਗਿਆ ਸੀ, ਪਰ ਹਾਲੇ ਤੱਕ ਹਾਈ ਕੋਰਟ ਵੱਲ ਜਿਹੜੀ ਐਨਸੀਟੀ ਆ ਉਹਦੇ ਵੱਲੋਂ ਕੋਈ ਵੀ ਜਿਹੜਾ ਜਵਾਬ ਆ ਉਹ ਪੇਸ਼ ਨਹੀਂ ਕੀਤਾ ਗਿਆ। ਅਸੀਂ ਵਕੀਲਾਂ ਕੋਲ ਗਏ, ਅਸੀਂ ਵਕੀਲਾਂ ਨਾਲ ਜਾ ਕੇ ਗੱਲਬਾਤ ਕਰੀ ਕਿ ਆਪਾਂ ਜਿਹੜੀ ਇਹ ਤਰੀਕ ਅੱਗੇ ਗਈ ਚਲੀ, ਆਪਾਂ ਇਹਦੇ ਤੇ ਕੋਈ ਸੀਐਮ ਫਾਈਲ ਕਰਕੇ ਇਸ ਤਰੀਕ ਨੂੰ ਪਹਿਲਾਂ ਜਿਹੜੀ ਕਰਵਾਈਏ। ਤਾਂ ਉੱਥੇ ਜਿਹੜੀ ਵਕੀਲ ਸੀ ਉਹ ਇਹੀ ਗੱਲ ਕਹਿ ਰਹੇ ਸੀ ਕਿ ਮੰਨ ਲਓ ਜਿੰਨਾ ਚਿਰ ਐਨਸੀਟੀ ਦਾ ਕੋਈ ਵੀ ਜਵਾਬ ਨਹੀਂ ਆਉਂਦਾ, 10 ਫਰਵਰੀ ਤੋਂ ਪਹਿਲਾਂ ਜਿਹੜੀ ਸੁਣਵਾਈ ਉਹ ਫਿਰ ਇਹਨਾਂ ਨਹੀਂ ਕਰਨੀ। ਇਹਨਾਂ ਕਰੋਨਾ ਕਾਲ ਦਾ ਬਹਾਨਾ ਕਰਕੇ ਜਿਹੜੀ ਆਪਣੀ ਸੀਐਮ, ਜੇ ਆਪਣੇ ਕੋਲ ਕੋਈ ਪ੍ਰੂਫ ਆਉਂਦਾ ਤਰੀਕ ਪਹਿਲਾਂ ਪਾਉਣ ਵਾਸਤੇ, ਤਾਂ ਆਪਾਂ ਜਿਹੜਾ ਉਹ ਤਰੀਕ ਨੂੰ ਆਪਾਂ ਪਹਿਲਾਂ ਪਵਾ ਸਕਦੇ ਹਾਂ। ਤਾਂ ਸਭ ਤੋਂ ਜਿਹੜਾ ਵੱਡਾ ਰੌਲਾ ਇਸ ਟਾਈਮ ਯੂਨੀਅਨ 'ਚ ਪੈ ਰਿਹਾ ਸੀ ਉਹ ਫੰਡ ਦਾ। ਕੁਝ ਕੁ ਲੋਕਾਂ ਵੱਲੋਂ ਸਵਾਲ ਬੜੇ ਵੱਡੇ ਪੱਧਰ ਤੇ ਕੀਤੇ ਜਾ ਰਹੇ ਆ ਕਿ ਯੂਨੀਅਨ ਨੇ ਇੰਨਾ ਫੰਡ ਇਕੱਠਾ ਕੀਤਾ, ਯੂਨੀਅਨ ਨੇ ਉਹ ਫੰਡ ਕਿੱਥੇ ਲਾਇਆ, ਉਹ ਵਕੀਲ ਫਲਾਣੇ ਨੇ ਸਟੇ ਲੈ ਲਿਆ, ਤਾਂ ਆਪਣੇ ਜਿਹੜੇ ਉਹ ਵਕੀਲ ਕੀ ਕਰ ਰਹੇ ਆ। ਤਾਂ ਸਾਥੀਓ, ਜੰਗ ਦਾ ਮੈਦਾਨ ਆ ਜਿਹੜਾ ਉਹ ਭਖਿਆ ਹੋਇਆ, ਜਿਹੜੀ ਪਿਛਲੇ
डेढ़ 2 साल तो ईटीटी की होने की लड़ाई लड़ते पे हाँ, उस लड़ाई ते अज भी उस तरह संघर्ष के मैदान में डटे हुए हैं। पर कुछ शरारती अनसरां वालों वार वार यूनीयन के मैंबर खिलाफ बोल के ਤਾਂ यूनीयन के ਜਿਹੜੇ साथी है कैंडीडेट उन्होंने भड़काया जाता है, तो अपने कुछ साथी उन्होंने ਦੀਆਂ ਗੱਲਾਂ 'ਚ ਆ ਜਾਂਦੇ ਆ। ਤਾਂ ਸਾਥੀਓ ਜਿਹੜਾ ਤੁਹਾਡੇ ਕੋਲੋਂ ਜਿੰਨਾ ਵੀ ਪੈਸਾ ਆਇਆ ਅਸੀਂ ਕੱਲੇ ਕੱਲੇ ਪੈਸੇ ਦੇ ਦੇਣਦਾਰ ਆ, ਕੱਲੇ ਕੱਲੇ ਪੈਸੇ ਦਾ ਹਿਸਾਬ ਦੇਣਦਾਰ ਆ। ਕਿਸੇ ਵੀ ਤਰ੍ਹਾਂ ਦਾ ਮਨ 'ਚ ਕੋਈ ਸ਼ੰਕਾ ਰੱਖਣ ਦੀ ਲੋੜ ਨਹੀਂ, ਤੁਸੀਂ ਜਦੋਂ ਮਰਜ਼ੀ ਆਣ ਕੇ ਹਿਸਾਬ ਲੈ ਸਕਦੇ ਆ। ਪਰ ਜਿਹੜੇ ਸਾਥੀਆਂ ਵੱਲੋਂ ਮੈਸੇਜ ਪਾਇਆ ਜਾਂਦਾ ਤਾਂ ਉਹ ਸਾਥੀਆਂ ਨੂੰ ਅਪੀਲ ਆ ਤੁਸੀਂ ਆਪਣਾ ਨੇਮ ਜਿਹੜਾ ਨਾਲ ਆ ਜ਼ਰੂਰ ਦੱਸਿਆ ਕਰੋ। ਇੱਦਾਂ ਫੇਕ ਆਈਡੀਆਂ ਬਣਾ ਕੇ ਫੇਕ ਮੈਸੇਜ ਪਾ ਕੇ ਲੋਕਾਂ ਨੂੰ ਗੁੰਮਰਾਹ ਕਰਨਾ ਕੋਈ ਵਧੀਆ ਗੱਲ ਨਹੀਂ ਗੀ। ਤਾਂ ਜਿਹੜੀ ਹੁਣ ਫੰਡ ਦੀ ਗੱਲ ਆ ਕਿ ਪਿਛਲੇ ਜਦੋਂ ਦਾ ਹਿਸਾਬ ਮੇਰੇ ਕੋਲ ਆਇਆ, ਜਦੋਂ ਪਟਿਆਲੇ ਮੋਰਚੇ ਤੋਂ ਬਾਅਦ 19 ਦਸੰਬਰ ਤੋਂ ਬਾਅਦ ਜਿਹੜਾ ਹਿਸਾਬ ਆ ਜੋ ਯੂਨੀਅਨ ਦਾ ਪੈਸਾ ਸੀ ਉਹ ਮੇਰੇ ਕੋਲ ਆ ਰਿਹਾ ਸੀ। ਕੁਛ ਖਾਤੇ ਦੇ ਵਿੱਚ, ਕੁਛ ਜਿਹੜਾ ਹੁਣ ਆਪਣੇ ਸਾਥੀਆਂ ਨੇ ਉੱਥੇ ਬੜਾ ਵੱਡਾ ਉਪਰਾਲਾ ਕੀਤਾ, ਉੱਥੇ ਜਿਹੜਾ ਸਕਰੂਟਨੀ ਦੇ ਵਿੱਚ ਫੰਡ ਇਕੱਠਾ ਕਰਿਆ। ਤਾਂ ਸਾਥੀਓ ਮੈਂ ਤੁਹਾਨੂੰ ਉਸ ਹਿਸਾਬ ਬਾਰੇ ਜਾਣੂ ਕਰਵਾਵਾਂਗਾ ਕਿ ਹੁਣ ਤੱਕ ਜਿਹੜਾ ਆਪਣੇ ਕੋਲ ਟੋਟਲ ਆ ਉਹ 40,81,600 ਰੁਪਈਆ ਆ। ਮੇਰੇ ਵੀਰ ਕਾਪੀਆਂ ਪੈਨ ਫੜ ਲਿਓ, ਹਿਸਾਬ ਲਾ ਲਿਆ ਜੀ। ਤੇ ਬਾਕੀ ਜਿਹੜੀ ਡਿਟੇਲ ਆ ਜਿਹੜੀ ਇੱਕ ਬਰੀਕੀ 'ਚ ਕੱਲਾ 100 ਰੁਪਈਏ ਦਾ ਵੀ ਹਿਸਾਬ ਲੈਣਾ ਉਹਨਾਂ ਕਿੱਥੇ ਕਿੱਥੇ ਲਾਇਆ, ਉਹਦੇ ਲਈ 24 ਤਰੀਕ ਨੂੰ ਸਾਰੇ ਮੁਹਾਲੀ ਵਿਖੇ ਆ ਜਾਓ ਜਿਹੜੇ ਵੀ ਮੇਰੇ ਵੀਰ ਨੇ ਹਿਸਾਬ ਲੈਣਾ। ਤਾਂ ਜਿਹੜਾ ਤੁਹਾਨੂੰ ਹਿਸਾਬ ਦੱਸਣ ਜਾ ਰਿਹਾ ਕਿ 40,81,600 ਰੁਪਈਆ ਹੁਣ ਤੱਕ ਜਿਹੜਾ ਮੇਰੇ ਅੰਡਰ 'ਚ ਆਇਆ, ਮੇਰੇ ਕੋਲ ਆਇਆ ਕੋਈ ਕੈਸ਼ ਦੇ, ਜਿਹੜਾ ਜਿੰਦੇ ਵਿੱਚੋਂ 8,15,000 ਰੁਪਈਆ ਜਿਹੜਾ ਉਹ ਕੈਸ਼ ਆ ਤੇ 32,66,600 ਰੁਪਈਆ ਜਿਹੜਾ ਉਹ ਖਾਤੇ ਦੇ ਵਿੱਚ ਆਇਆ। ਜਿਹੜੀ ਆਪਣੀ ਹੁਣ ਤੱਕ ਵਕੀਲਾਂ ਨੂੰ ਫੀਸ ਦਿੱਤੀ ਜਾ ਚੁੱਕੀ ਆ ਉਹ 31,67,000 ਰੁਪਈਆ, ਤਾਂ 1.5 ਲੱਖ ਰੁਪਈਆ ਜਿਹੜੀ ਫੀਸ ਆਪਣੀ ਦੇਣ ਵਾਲੀ ਰਹਿੰਦੀ ਆ। ਤਾਂ ਜਿਹੜਾ ਸੰਗਰੂਰ ਮੋਰਚਾ, ਪਟਿਆਲਾ ਮੋਰਚਾ ਤੇ ਉਸ ਤੋਂ ਬਾਅਦ ਖਰੜ ਟੈਂਕੀ ਵਾਲਾ ਮੋਰਚਾ, ਜਿਹੜਾ ਉਹਦੇ ਉੱਪਰ ਟੋਟਲ ਖਰਚਾ ਆਇਆ ਜਿਹੜਾ ਸੰਗਰੂਰ ਮੋਰਚਾ ਤੇ ਪਟਿਆਲਾ ਮੋਰਚਾ, ਜਿਹੜਾ ਪਹਿਲਾਂ ਸੀ ਆਪਣੀਆਂ 6635 ਪੋਸਟਾਂ ਆਉਣ ਤੋਂ ਪਹਿਲਾਂ ਜਦੋਂ ਆਪਾਂ 6635 ਪੋਸਟਾਂ ਆ ਗਈਆਂ ਉੱਥੇ ਆਪਾਂ ਨੋਟੀਫਿਕੇਸ਼ਨ ਕਢਵਾ ਕੇ ਜਦੋਂ ਵਾਪਸ ਆਏ ਆ ਉੱਥੇ ਆਪਣਾ 3,50,111 ਰੁਪਏ ਖਰਚਾ ਸੀਗਾ। ਜਿਹੜਾ ਹੁਣ ਖਰੜ ਮੋਰਚਾ ਸੀਗਾ 82 ਦਿਨ ਚੱਲਿਆ ਤੇ ਉਹਦੇ ਵਿੱਚ ਆਪਣੇ ਸਾਥੀ ਦਿੱਲੀ ਗਏ ਸੀ। ਦਿੱਲੀ ਉੱਤੇ ਕੁਝ ਸਾਥੀਆਂ ਨੂੰ ਉੜੀਸਾ ਤੋਂ ਕਿਸੇ ਨੂੰ ਸਪੈਸ਼ਲ ਸੱਦਣਾ ਪਿਆ, ਜੋ ਵੀ ਉਹ ਗੱਲਬਾਤਾਂ ਹੋਈਆਂ ਉਹ ਵਿੱਚ ਖਰਚਾ ਪਾ ਕੇ 1,82,699 ਰੁਪਏ ਜਿਹੜਾ ਖਰਚਾ ਉਹ ਖਰੜ ਮੋਰਚੇ ਤੇ ਕੀਤਾ ਗਿਆ ਵਿੱਚ ਦਿੱਲੀ ਵਾਲਾ ਐਕਸ਼ਨ ਪਾ ਕੇ। ਤਾਂ ਇਸੇ ਤਰ੍ਹਾਂ ਜਿਹੜੀ ਟੋਟਲ ਆਪਣੇ ਕੋਲ 40,81,600 ਰੁਪਇਆ ਇਕੱਠਾ ਹੋਇਆ, ਉਹਦੇ ਵਿੱਚ ਹੁਣ ਇਸ ਟਾਈਮ 2,41,600 ਰੁਪਈਆ ਕੋਲ ਹੈ, ਜਿੰਦੇ ਵਿੱਚੋਂ 1.5 ਲੱਖ ਰੁਪਈਆ ਦੇ ਕੇ ਵਕੀਲ ਦਾ, 91,600 ਰੁਪਈਆ ਬਾਕੀ ਬਚਦਾ। ਤਾਂ ਇਸ ਸੰਬੰਧੀ ਜੇਕਰ ਕਿਸੇ ਨੇ ਜਿਹੜਾ ਪੂਰਾ ਹਿਸਾਬ ਲੈਣਾ, ਜਿਹੜਾ ਕੱਲੇ ਕੱਲੇ ਰੁਪਈਏ ਦਾ ਕਿੱਥੇ ਕਿੱਥੇ ਲਾਇਆ, ਜੋ ਲਿਖਿਆ ਹੋਇਆ ਹੁਣ ਤੱਕ, ਉਹ ਜਿਹੜਾ ਹਿਸਾਬ ਆ ਜਦੋਂ ਮਰਜ਼ੀ ਆਣ ਕੇ ਜਿਹੜਾ 24 ਤਰੀਕ ਨੂੰ ਮੈਂ ਮੁਹਾਲੀ ਵਿਖੇ, ਸਰ ਦੀਪਕ ਜੀ ਹੋਣਗੇ, ਸਾਡੀ ਹੋਰ ਵੀ ਸਟੇਟ ਕਮੇਟੀ ਹੋਊਗੀ, ਜਿਸ ਨੇ ਵੀ ਉਸ ਸਾਰਾ ਡਿਟੇਲ 'ਚ ਹਿਸਾਬ ਲੈਣਾ ਉਹ ਵੀ 24 ਤਰੀਕ ਨੂੰ ਉੱਥੇ ਹਾਜ਼ਰ ਹੋ ਸਕਦਾ। ਕਿਉਂਕਿ ਗਰੁੱਪਾਂ ਦੇ ਵਿੱਚ ਮੈਸੇਜ ਪਾ ਕੇ ਲੋਕਾਂ ਨੂੰ ਭੜਕਾਉਣਾ, ਲੋਕਾਂ ਨੂੰ ਗੁੰਮਰਾਹ ਕਰਨਾ ਕੋਈ ਇੱਕ ਵਧੀਆ ਟੀਚਰ ਦੇ ਹਿੱਸੇ ਨਹੀਂ ਆਉਂਦਾ। ਯੂਨੀਅਨ ਨੇ ਦਿਨ ਰਾਤ ਤੁਹਾਡੇ ਲਈ ਇੱਕ ਕੀਤਾ, ਤੁਹਾਨੂੰ 6635 ਪੋਸਟਾਂ ਲੈ ਕੇ ਦਿੱਤੀਆਂ। ਤਾਂ ਤੁਸੀਂ ਜੇਕਰ ਅੱਜ ਐਲੀਜੀਬਲ ਹੋ, ਤੁਹਾਡੀ ਸਕਰੂਟਨੀ ਹੋਈ ਆ ਤੇ ਅੱਜ ਤੁਸੀਂ ਈਟੀਟੀ ਟੀਚਰ ਲੱਗਣ ਦੇ ਕਾਬਿਲ ਹੋਏ ਹੋ,
ਤਾਂ ਉਹ ਈਟੀਟੀ ਯੂਨੀਅਨ ਕਰਕੇ ਆ। ਤੇ ਅੱਜ ਤੁਸੀਂ ਉਸ ਯੂਨੀਅਨ ਤੇ ਜਦੋਂ ਸਵਾਲ ਖੜੇ ਕਰਦੇ ਹੋ ਬੜਾ ਦੁੱਖ ਹੁੰਦਾ ਕਿ ਉਹ ਯੂਨੀਅਨ ਦਿਨ ਰਾਤ ਤੁਹਾਡੇ ਲਈ ਖੜੀ, ਦਿਨ ਰਾਤ ਯੂਨੀਅਨ ਤੁਹਾਡੇ ਲਈ ਖੜੀ। ਤਾਂ ਤੁਸੀਂ ਅੱਜ ਜਦੋਂ ਜੰਗ ਲਗਭਗ ਆਪਾਂ ਜਿੱਤ ਚੁੱਕੇ ਆ, ਤਾਂ ਉਸ ਜੰਗ ਨੂੰ ਕੁਝ ਸ਼ਰਾਰਤੀ ਅਨਸਰ ਉਹਦੇ ਵਿੱਚ ਬੀਐਡ ਵਾਲੇ ਵੀ ਹੋ ਸਕਦੇ ਜੋ ਤੁਹਾਨੂੰ ਭੜਕਾਉਣ ਦਾ ਕੰਮ ਕਰ ਰਹੇ ਆ ਕਿ ਇਹਨਾਂ ਨੂੰ ਜਿਹੜੀ ਜਿੱਤੀ ਜਿਤਾਈ ਜੰਗ ਆ ਇਹਨਾਂ ਨੂੰ ਕਿੱਦਾਂ ਹਰਾਉਣਾ, ਕਿੱਦਾਂ ਇਹਨਾਂ ਨੂੰ ਢਾਹ ਲਾਉਣੀ ਆ। ਤਾਂ ਇਹ ਇਸ ਚੀਜ਼ ਤੋਂ ਤੁਹਾਨੂੰ ਹੁਣ ਸਤਰਕ ਹੋਣ ਦੀ ਲੋੜ ਆ। ਜੇਕਰ ਹੁਣ ਤੁਸੀਂ ਕਿਸੇ ਦੇ ਬਹਿਕਾਵੇ 'ਚ ਆ ਕੇ ਹੁਣ ਗਲਤ ਪਾਸੇ ਆਪਾਂ ਚੱਲ ਪਏ ਤਾਂ ਉਹ ਉਸ ਦਾ ਨੁਕਸਾਨ ਆ। ਉਹ ਈਟੀਟੀ ਯੂਨੀਅਨ ਨੂੰ ਤਾਂ ਹੋਣਾ ਹੀ ਹੋਣਾ, ਸਾਰੇ ਕੈਂਡੀਡੇਟਾਂ ਦਾ ਵੀ ਉਹਦੇ 'ਚ ਬਹੁਤ ਵੱਡਾ ਨੁਕਸਾਨ ਆ। ਕਿਸੇ ਖਿਲਾਫ ਬੋਲਣਾ ਤਾਂ ਜੁਰਤ ਰੱਖੋ, ਉਹਦੇ ਸਾਹਮਣੇ ਆ ਕੇ ਫੇਸ ਟੂ ਫੇਸ ਉਹਦੇ ਨਾਲ ਗੱਲ ਕਰੀਏ, ਚਾਹੇ ਉਹਦੇ ਨਾਲ ਫੋਨ ਕਾਲ ਕਰੀਏ। ਇੱਕ ਮੈਸੇਜ ਫੇਕ ਆਈਡੀ ਬਣਾ ਕੇ ਕਿਸੇ ਦੀ ਇੱਜ਼ਤ ਖਿਲਾਫ ਬੋਲਣਾ ਉਹ ਸ਼ੋਭਾ ਨਹੀਂ ਦਿੰਦਾ। ਜੇਕਰ ਤੁਹਾਡੇ ਕੋਲ ਪ੍ਰੂਫ ਆ, ਤੁਸੀਂ ਵਿਦ ਪ੍ਰੂਫ ਸਾਹਮਣੇ ਆਓ, ਤਾਂ ਉਹ ਗੱਲਾਂ ਜਿਹੜੀਆਂ ਉਹ ਸਾਰੇ ਕੇਡਰ ਦੇ ਵਿੱਚ ਬੈਠ ਕੇ ਕੀਤੀਆਂ ਜਾਣ। ਬਿਨਾਂ ਗੱਲੋਂ ਬਾਰਕਿੰਗ ਕਰੀ ਜਾਣੀ ਕੋਈ ਬਾਹਲੀ ਵਧੀਆ ਗੱਲ ਨਹੀਂ ਹੈਗੀ। ਪਿਛਲੇ ਦਿਨਾਂ 'ਚ ਇੰਨੀ ਠੰਡ ਹੋਣ ਦੇ ਬਾਵਜੂਦ ਵੀ ਜਿਹੜੇ ਸਾਥੀ ਸੀਗੇ ਉੱਥੇ ਸਕਰੂਟਨੀ ਤੇ ਜਿਹੜੇ ਡਟੇ ਹੋਏ ਸੀ, ਲਗਾਤਾਰ ਰੋਜ਼ ਗੇਟ ਦੇ ਬਾਹਰ ਬੈਠਣਾ, ਤਾਂ ਇਕੱਲੇ ਸਾਥੀ ਕੋਲੋਂ ਫੰਡ ਇਕੱਠਾ ਕਰਨਾ। ਤਾਂ ਫਿਰ ਜਿਹੜੇ ਸਾਥੀ ਉੱਥੇ ਸਕਰੂਟਨੀ ਕਰਵਾਉਣ ਜਾਂਦੇ ਸੀ, ਈਟੀਟੀ ਹੋਣ ਦੇ ਬਾਵਜੂਦ ਵੀ ਸਾਥੀਆਂ ਨੇ ਉੱਥੇ ਫੰਡ ਨਹੀਂ ਜਮ੍ਹਾਂ ਕਰਵਾਇਆ। ਪਰ ਉਹਨਾਂ ਵਾਸਤੇ ਵੀ ਕੋਈ ਬਾਹਲੀ ਵਧੀਆ ਗੱਲ ਨਹੀਂ। ਜਿਹੜੀ ਯੂਨੀਅਨ ਆ ਉਹ ਤੁਹਾਡੇ ਲਈ, ਤੁਹਾਡੀਆਂ ਪੋਸਟਾਂ ਲਈ, ਤੁਹਾਡੀ ਜੋਬ ਵਾਸਤੇ ਲੜ ਰਹੀ ਆ। ਤੇ ਇੱਕ ਗੱਲ ਇਹ ਤਾਂ ਹੋ ਗਈ 6635 ਦੀ ਗੱਲ। ਇਸ ਤੋਂ ਬਾਅਦ ਗੱਲ ਕਰਦੇ ਆ 2364 ਪੋਸਟਾਂ ਦੀ। 2364 ਪੋਸਟਾਂ 'ਚ ਵਾਰ-ਵਾਰ ਕਹਿ ਰਹੇ ਆ ਕਿ ਯੂਨੀਅਨ ਨੇ LPA ਕਿਉਂ ਨਹੀਂ ਲਾਈ, ਯੂਨੀਅਨ ਨੇ ਰਿਵਿਊ ਪਟੀਸ਼ਨ ਕਿਉਂ ਨਹੀਂ ਲਾਈ। ਤਾਂ ਸਾਥੀਓ, ਰਿਵਿਊ ਪਟੀਸ਼ਨ ਜਦੋਂ ਬੀਐਡ ਵਾਲਿਆਂ ਵੱਲੋਂ ਲਗਾ ਦਿੱਤੀ ਗਈ ਤਾਂ ਉਹਦਾ ਜਿਹੜਾ ਫੈਸਲਾ ਰੀਓਪਨ ਕੇਸ ਹੋਇਆ, ਤਾਂ ਹੁਣ ਉਹਦੇ ਵਿੱਚ ਆਪਣੇ ਵੱਲੋਂ ਪਾਰਟੀ ਬਣਿਆ ਜਾਊਗਾ। ਉਹਦੇ ਤੇ CM ਫਾਈਲ ਲਾ ਕੇ ਉਹਦੀ ਤਰੀਕ ਜਿਹੜੀ 12 ਮਈ ਪਈ ਆ ਉਸ ਨੂੰ ਪਹਿਲਾਂ ਲਿਆਉਣ ਦੀ ਜਿਹੜੀ ਕੋਸ਼ਿਸ਼ ਆ ਯੂਨੀਅਨ ਵੱਲੋਂ ਕੀਤੀ ਜਾ ਰਹੀ ਆ, ਜਿਹਦੇ ਨਾਲ 2364 ਪੋਸਟਾਂ ਬਹਾਲ ਈਟੀਟੀ ਕੈਂਡੀਡੇਟ ਵਾਸਤੇ ਕੀਤੀਆਂ ਜਾਣ। ਜਿਹੜੇ ਈਟੀਟੀ ਟੈਟ ਪਾਸ ਸਾਡੇ ਬੇਰੁਜ਼ਗਾਰ ਸੜਕਾਂ ਦੇ ਉੱਪਰ ਧੱਕੇ ਖਾ ਰਹੇ ਹਨ, ਉਹਨਾਂ ਦੀਆਂ ਪੋਸਟਾਂ ਨੇ। ਉਹਨਾਂ ਨੇ 7 ਮਹੀਨੇ ਸੰਗਰੂਰ ਪ੍ਰੋਟੈਸਟ ਕਰਕੇ ਉਹ ਪੋਸਟਾਂ ਲਈਆਂ ਸੀ, ਤਾਂ ਉਹ ਪੋਸਟਾਂ ਉਹਨਾਂ ਨੂੰ ਹੀ ਮਿਲਣਗੀਆਂ। ਤਾਂ ਇਸ ਤੋਂ ਬਾਅਦ 5994 ਦੀ ਗੱਲ ਸਾਥੀਆਂ ਦੇ ਵਾਰ-ਵਾਰ ਮੈਸੇਜ ਆ ਰਿਹਾ 5994 ਬਾਰੇ। ਤਾਂ ਮੈਂ ਤੁਹਾਨੂੰ ਉੱਥੇ ਇਹ ਵੀ ਦੱਸ ਦੇਣਾ ਚਾਹਾਂ ਕਿ 5994 ਪੋਸਟਾਂ ਦਾ ਜਿਹੜਾ ਅਖਬਾਰ ਤੇ ਇਸ਼ਤਿਹਾਰ ਆਇਆ ਸੀ, ਤਾਂ ਉਹ ਉਸ ਟਾਈਮ ਇਹਨਾਂ ਨੇ ਆਪਣੇ ਕੋਲ ਇੱਕ ਬਹਾਨਾ ਲਾਇਆ ਕਿ ਸਾਡੇ ਕੋਲ ਹਜੇ ਰੂਲ ਅਮੈਂਡ ਹੋ ਕੇ ਨਹੀਂ ਆਏ। ਤਾਂ ਹੁਣ ਜਿਹੜੀ DPI ਨਾਲ ਮੀਟਿੰਗ ਹੋਈ ਆ ਉਹਦੇ ਵਿੱਚ ਉਹਨਾਂ ਸਪੈਸ਼ਲ ਕਿਹਾ ਕਿ ਸਾਨੂੰ ਸਮਝ ਨਹੀਂ ਆਉਂਦੀ ਅਸੀਂ ਕਿਹੜੇ ਰੂਲਾਂ ਨਾਲ, ਕਿਉਂਕਿ ਦੋਵਾਂ ਰੂਲਾਂ ਨਾਲ ਭਰਤੀਆਂ ਨਿਕਲੀਆਂ ਹੋਈਆਂ ਤੇ ਦੋਵਾਂ ਰੂਲਾਂ ਨਾਲ ਭਰਤੀਆਂ ਕੋਰਟ ਦੇ ਵਿੱਚ ਚੈਲੰਜ ਆ। ਤਾਂ ਉੱਥੇ ਉਹ ਵੀ ਇਸ ਗੱਲ ਨੂੰ ਲੈ ਕੇ ਚਿੰਤਾ 'ਚ ਨੇ ਕਿ ਅਸੀਂ ਕਿਹੜੇ ਹਿਸਾਬ ਨਾਲ ਨੋਟੀਫਿਕੇਸ਼ਨ ਦਈਏ ਤਾਂ ਜੋ ਜਿਹੜੀਆਂ ਪੋਸਟਾਂ ਇਹ ਬਿਨਾਂ ਸਟੇ ਤੋਂ ਜਿਹੜੀਆਂ ਪੂਰੀਆਂ ਕੀਤੀਆਂ ਜਾਣ। ਉਹਨਾਂ ਨੂੰ ਸੁਝਾਅ ਦਿੱਤੇ ਵੀ ਗਏ ਆ। ਆਉਣ ਵਾਲੇ ਟਾਈਮ 'ਚ ਉਹ ਸੁਝਾਅ 'ਤੇ ਉਹ ਅਮਲ ਕਰਕੇ ਹੋ ਸਕਦਾ ਜਿਹੜੀਆਂ ਜਲਦ ਆ ਇਹ ਪੋਸਟਾਂ ਉਹ ਲਾਗੂ ਕਰ ਦਿੱਤੀਆਂ ਜਾਣ। ਤਾਂ ਵਾਰ-ਵਾਰ ਫਿਰ ਉਹੀ ਮੈਸੇਜ ਆ ਰਿਹਾ ਕਿ CM ਕਿਉਂ ਨਹੀਂ ਲਾਈ। ਤਾਂ ਮੇਰੀ ਜੇ ਵੀਡੀਓ ਤੁਸੀਂ ਸ਼ੁਰੂ ਦੇ ਵਿੱਚ ਸੁਣੀ ਹੋਊਗੀ ਤਾਂ ਮੈਂ ਇਹੀ ਗੱਲ ਕਹੀ ਸੀ ਕਿ ਜਿਹੜੀ CM ਆ ਉਹ CM ਕੋਈ ਜਦੋਂ ਕੋਈ CM ਲਾਈ ਜਾਂਦੀ ਆ ਤਾਂ ਉਹ ਕੋਈ ਆਪਣੇ ਕੋਲ ਨਵਾਂ ਪ੍ਰੂਫ ਆਉਂਦਾ ਕਿ ਇਸ ਪ੍ਰੂਫ ਦੇ ਹਿਸਾਬ ਨਾਲ ਆਪਣੇ ਹੱਕ 'ਚ ਕੇਸ ਆਉਂਦਾ ਤੇ ਆਪਾਂ CM ਲਾ ਕੇ ਉਹਦੀ ਤਰੀਕ ਪਹਿਲਾਂ ਲੈ ਲਈਏ। ਹਾਲੇ ਤੱਕ ਜਿਹੜਾ NCT ਤੋਂ ਜਵਾਬ ਮੰਗਿਆ ਉਹਦੇ 'ਚ ਕੁਛ ਵੀ ਆ ਜਿਹੜਾ ਉਹ ਨਹੀਂ ਜਵਾਬ ਦਿੱਤਾ ਗਿਆ, ਜਿੰਦੇ ਕਰਕੇ ਆਪਣੇ ਤੋਂ CM ਨੇ NCT ਨਾਲ ਰਾਬਤਾ ਲਗਾਤਾਰ ਬਣਾਇਆ ਜਾ ਰਿਹਾ। ਜਿੱਦਾਂ ਹੀ ਕੋਈ ਜਵਾਬ ਆਉਂਦਾ ਉੱਦਾਂ ਹੀ CM ਲਾ ਕੇ ਜਿਹੜਾ ਜਲਦੀ ਆ ਉਹ ਤਰੀਕ ਲੈਣ ਦੀ ਕੋਸ਼ਿਸ਼ ਕੀਤੀ ਜਾਊਗੀ। ਹੋਰ ਵੀ ਸਾਥੀਆਂ ਦੇ ਸਵਾਲ ਨੇ ਕਿ ਸਟੇ ਕਦੋਂ ਟੁੱਟੂਗੀ।
ਸਾਥੀਓ ਮੇਨ ਆ ਹੁਣ NCT ਤੇ ਜੋ NCT ਦਾ ਫੈਸਲਾ ਆਉਂਦਾ, ਜੇ NCT ਦਾ ਫੈਸਲਾ ETT ਦੇ ਹੱਕ ਚ ਆਉਣਾ ਵੀ ਚਾਹੀਦਾ, ਤਾਂ ਜਿਹੜੀ ਸਟੇ ਆ ਉਹ ਨਾਲ ਦੀ ਨਾਲ ਖਤਮ ਆ, ਕਿਉਂਕਿ NCT ਦੇ ਰੂਲਾਂ ਦਾ ਤੇ ਪੰਜਾਬ ਸਰਕਾਰ ਦੇ ਰੂਲਾਂ ਦਾ ਜਿਹੜਾ ਤਕਰਾਰ ਆਉਂਦੇ ਕਰਕੇ ਇਹ ਜਿਹੜੀ ਭਰਤੀ ਤੇ ਸਟੇ ਆ। ਜਿਸ ਤਰ੍ਹਾਂ ਹੀ ਫੈਸਲਾ ਆਉਂਦਾ ਇਹ ਸਟੇਜ 2 ਕੋਈ ਨਹੀਂ ਲੱਭਣੀ, ਉਸੇ 23-64 ਵੀ ਬਹਾਲ ਹੋਊਗੀ, 994 ਪੋਸਟਾਂ ਦਾ ਵੀ ਜਿਹੜਾ ਉਹ ਨਾਲ ਦੀ ਨਾਲ ਜਿਹੜਾ ਨੋਟੀਫਿਕੇਸ਼ਨ ਉਹ ਆ ਜਾਊਗਾ। 6635 ਪਟੀਸ਼ਨਰ ਨੂੰ ਹੋਲਡ ਕਰਕੇ ETT ਨੂੰ ਜੁਆਇਨਿੰਗ। ਸਾਥੀਓ ਹੋਲਡ ਕਰਨ ਦਾ ਮਤਲਬ ਹੈ ਕਿ ਉਹ ਹੱਕ ਦੇ ਵਿੱਚ ਹੈਗੇ ਆ, ਉਹਨਾਂ ਨੂੰ ਪੋਸਟਾਂ ਮਿਲ ਸਕਦੀਆਂ। ਆਪਾਂ ਜੋ ਕੇਸ ਦਾ ਫੈਸਲਾ ਉਹ ਬੜੀ ਜਲਦ ਜਿਹੜਾ ETT ਦੇ ਹੱਕ ਵਿੱਚ ਆਊਗਾ, ਤਾਂ ਸਾਰੇ ETT ਜਿਹੜੇ ਕੈਂਡੀਡੇਟ ਆ, ਜਿਹੜੇ ਸਕਰੂਟਨੀ ਕਰਵਾ ਕੇ ਆਏ ਆ, ਉਹ ਛੇਤੀ ਜੁਆਇਨ ਕਰਨਗੇ। ਹਾਈ ਮੈਰਿਟ ਜਿਹੜੀ ਯੂਨੀਅਨ 'ਚ ਜਿੰਨੇ ਨੁਮਾਇੰਦੇ ਆ ਉਹਦੇ 'ਚ ਕਾਫੀ ਜਿਹੜੇ ਹਾਈ ਮੈਰਿਟ ਆ, ਜਿਹੜੇ ਉਹ ਯੂਨੀਅਨ ਦੇ ਵਿੱਚ ਪਹਿਲਾਂ ਹੀ ਆਲਰੇਡੀ ਹੈਗੇ ਆ। ਯੂਨੀਅਨ ਦੇ ਨਾਲ ਪਹਿਲੇ ਦਿਨ ਤੋਂ ਜਿਹੜਾ ਮੋਢੇ ਤੋਂ ਮੋਢਾ ਮਿਲਾ ਕੇ ਖੜੇ ਆ। ਤਾਂ ਜਿਹੜੀ ਓਵਰਏਜ ਰਿਲੈਕਸੇਸ਼ਨ ਦੀ ਉਹ 994 ਵਿੱਚ ਜੋ ਲਾਸਟ ਤੇ ਮੀਟਿੰਗ ਹੋਈ ਸੀ, ਉਹਨਾਂ ਬਕਾਇਦਾ ਕਿਹਾ ਸੀਗਾ ਕਿ ਵਨ ਟਾਈਮ ਜਿਹੜਾ ਉਹ ਉਹਨਾਂ ਨੂੰ ਜਿਹੜਾ ਮੌਕਾ ਦਿੱਤਾ ਜਾਊਗਾ ਸਾਡੇ ਵੱਲੋਂ, ਜਿਨ੍ਹਾਂ ਨੇ ਸਾਡੀ ਵਜ੍ਹਾ ਕਰਕੇ ਜਿਹੜੇ ਓਵਰਏਜ ਹੋਏ ਆ ਉਹਨਾਂ ਨੂੰ ਓਵਰਏਜ ਵਿੱਚ ਵੀ ਜਿਹੜਾ ਇੱਕ ਟਾਈਮ ਦੀ ਜਿਹੜੀ ਉਹਨਾਂ ਨੂੰ ਛੋਟ ਆ ਉਹ ਦਿੱਤੀ ਜਾਊਗੀ। ਕਿਹੜੇ ਨੇ ਤੁਸੀਂ 24 ਤਰੀਕ ਨੂੰ ਜਿਨ੍ਹਾਂ ਨੇ ਕੋਈ ਵੀ ਗੱਲ ਪੁੱਛਣੀ ਆ, 24 ਤਰੀਕ ਨੂੰ ਜਿਹੜੇ ਹੈਗੇ ਆ ਤੁਸੀਂ ਉੱਥੇ ਮੁਹਾਲੀ ਵਿਖੇ ਪੁੱਜੋ। ਤੁਹਾਡੇ ਸਾਰਿਆਂ ਸਵਾਲਾਂ ਦਾ ਜਵਾਬ ਲਾਈਵ, ਇੱਥੇ ਨਾ ਲਾਈਵ ਹੋ ਕੇ ਉੱਥੇ ਰੂਬਰੂ ਹੋ ਕੇ ਸਾਰਿਆਂ ਦੇ ਸਵਾਲਾਂ ਦਾ ਜਵਾਬ ਦਿੱਤਾ ਜਾਊਗਾ। ਇੱਕ ਮੇਰੇ ਵੀਰ ਨੇ ਮੈਸੇਜ ਪਾਇਆ ਸੀ YouTube ਤੇ, ਜਿਹੜਾ ਕੱਲ ਅਸੀਂ ਲਾਈਵ ਹੋਣ ਦਾ ਪਾਇਆ ਸੀ ਕਿ ਅਸੀਂ ਇੱਕ ਅੱਧੇ ਦਿਨ 'ਚ ਲਾਈਵ ਹੋਵਾਂਗੇ। ਉਹਨੇ ਕਿਹਾ ਸੀ ਕਿ ਨਿਰਮਲ ਜੀਰੇ ਦੇ 52-54 ਨੰਬਰ ਇਹਨੇ ਕਿਸੇ ਨੂੰ ਲੱਗਣ ਨਹੀਂ ਦੇਣਾ। ਮੇਰੇ ਵੀਰ 10 ਤਰੀਕ ਵਾਲੀ ਸਕਰੂਟਨੀ ਲਿਸਟ ਚੈੱਕ ਕਰ ਲਈ, 65 ਨੰਬਰਾਂ ਵਾਲੀ। ਉਹਦੇ ਵਿੱਚ ਨਿਰਮਲ ਸਿੰਘ ਪੁੱਤਰ ਸੁਖਦੇਵ ਸਿੰਘ, ਮਾਤਾ ਦਾ ਨਾਮ ਮਨਦੀਪ ਕੌਰ, 65 ਨੰਬਰਾਂ ਤੇ, ਡੇਟ ਆਫ ਬਰਥ 3/12/1999। ਮੈਂ ਵੀਰੇ ਉੱਥੇ ਸਕਰੂਟਨੀ ਕਰਵਾ ਕੇ ਆ ਚੁੱਕਾ, ਤਾਂ ਤੁਸੀਂ ਉੱਥੇ ਆਪਣਾ ਜਿਹੜੀ ਜਾਣਕਾਰੀ ਵਿੱਚ ਵਾਧਾ ਕਰਿਓ। ਜਿਹੜੀ ETT ਯੂਨੀਅਨ ਆ ਸ਼ੁਰੂ ਤੋਂ ETT ਦੇ ਹੱਕ ਲਈ ਖੜੀ ਆ, ਤਾਂ ਉਹ ETT ਦੇ ਹੱਕ ETT ਵਾਲਿਆਂ ਨੂੰ ਦਵਾ ਕੇ ਹੀ ਪਿੱਛੇ ਮੁੜੂਗੀ। ਜੇਕਰ ਅੱਜ ਸਾਡੀ ਸਕਰੂਟਨੀ ਹੋ ਗਈ ਤੇ ਅੱਜ ਸਾਡੇ ਕੋਈ ਹਾਵ ਭਾਵ ਹੋਰ ਨਹੀਂ ਗੇ, ਅਸੀਂ ਅੱਜ ਵੀ ETT ਕੈਂਡੀਡੇਟਾਂ ਲਈ ਖੜੇ ਆ, ਤਾਂ ਆਉਣ ਵਾਲੇ ਟਾਈਮ 'ਚ ਖੜੇ ETT ਦੇ ਹੱਕ ਵਾਸਤੇ ਪਹਿਰਾ ਜਿਹੜਾ ਉਹ ਦਿੰਦੇ ਰਵਾਂਗੇ। ਤਾਂ ਇੱਦਾਂ ਘਰੇ ਬੈਠ ਕੇ, ਰਜਾਈਆਂ 'ਚ ਬੈਠ ਕੇ ਬੜਾ ਕੁਝ ਬੋਲਿਆ ਜਾਂਦਾ, ਬੜੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ। ਕਹਿਣਾ ਬੜਾ ਸੌਖਾ, ਜੰਗ ਦੇ ਮੈਦਾਨ 'ਚ ਆਓ, ਠੰਡੀਆਂ ਰਾਤਾਂ ਸੜਕਾਂ ਤੇ ਗੁਜ਼ਾਰੀਆਂ ਨੇ ਯੂਨੀਅਨ ਨੇ। ਜਿਹੜੇ ਯੂਨੀਅਨ ਦੇ ਨਾਲ ਜੁੜੇ ਸੀ, ਜਿੰਨੇ ਸਕਰੂਟਨੀ ਤੇ ਇੱਕ ਦਿਨ ਆਉਂਦੇ ਸੀ, ਓਨੇ ਨਾਲ ਤਾਂ ਅਸੀਂ ਪ੍ਰੋਟੈਸਟ ਲਾ ਜਾਂਦੇ ਸੀ। ਤਾਂ 12 ਤੋਂ 15 ਦਿਨ ਸਕਰੂਟਨੀ ਚੱਲੀ ਆ, 15 ਦਿਨ ਲਗਭਗ। ਤਾਂ ਜੇਕਰ ਉਹ 15 ਦਿਨਾਂ ਦੇ ਇਕੱਠੇ ਹੋ ਕੇ ਕਿਤੇ ਪਹਿਲਾਂ ਆਏ ਹੁੰਦੇ ਤਾਂ ਹੁਣ ਨੂੰ ਸਾਰੀਆਂ ਭਰਤੀਆਂ ਪੂਰੀਆਂ ਹੋ ਜਾਂਦੀਆਂ। ਸਕਰੂਟਨੀ ਕਰਵਾਉਣ ਲਈ ਤੁਸੀਂ ਪਰਿਵਾਰ ਤਾਂ ਛੋਟਾ ਬੱਚਾ ਵੀ ਨਾਲ ਤੁਹਾਡੇ ਆਇਆ ਸੀ, ਪਰ ਜਦੋਂ ਧਰਨੇ ਤੇ ਆਉਣ ਦੀ ਵਾਰੀ ਹੁੰਦੀ ਸੀ ਉਦੋਂ ਤੁਹਾਡੇ ਵੱਲੋਂ ਆਮ ਹੀ ਇਹ ਬਹਾਨਾ ਲਾਇਆ, ਸਾਡੇ ਨਾਲ ਆਉਣ ਵਾਲਾ ਕੋਈ ਨਹੀਂ, ਸਾਡੇ ਬੱਚੇ ਛੋਟੇ ਆ। ਪਰ ਸਕਰੂਟਨੀ ਦੇ ਵਿੱਚ ਜਿਹੜਾ ਉੱਥੋਂ ਦਾ ਮਾਹੌਲ ਵੇਖਿਆ ਕਿ ਭਲਾ ਕੋਈ ਬਿਮਾਰ ਸੀ, ਭਲਾ ਕਿਸੇ ਦਾ ਬੱਚਾ ਛੋਟਾ ਸੀ, ਉਹ ਵੀ ਸਕਰੂਟਨੀ ਕਰਾਉਣ ਪਹੁੰਚਿਆ, ਕਿਉਂਕਿ ਹੁਣ ਉਸ ਨੂੰ ਦਿਸ ਰਿਹਾ ਸੀ ਕਿ ਮੇਰੀ ਜੌਬ ਨੇੜੇ ਆ। ਪਰ ਜਦੋਂ ਯੂਨੀਅਨ ਲੜ ਰਹੀ ਸੀ, ਪਿਛਲੇ 5 ਸਾਲ ਤੋਂ ਲੜ ਰਹੀ ਆ, 1-2 ਪ੍ਰੋਗਰਾਮਾਂ ਨੂੰ ਛੱਡ ਕੇ ਸਾਡੇ ਕੋਲ 500-700 ਤੋਂ ਵੱਧ ਬੰਦਾ ਨਹੀਂ ਨਿਕਲਿਆ। ਚਲੋ ਲੜਨ ਵਾਲੇ ਸਾਰੇ ਨਹੀਂ ਹੁੰਦੇ, ਲੋਕਾਂ ਦੇ ਘਰਾਂ ਦੀਆਂ ਮਜਬੂਰੀਆਂ ਜ਼ਰੂਰ ਹੁੰਦੀਆਂ, ਪਰ 6635 ਲੋਕਾਂ ਦੇ ਘਰਾਂ 'ਚ ਮਜਬੂਰੀਆਂ ਨਹੀਂ ਸੀ। ਜੇ 635 ਉੱਪਰਲੇ ਲੜ ਰਹੇ ਆ, 6000 ਲੋਕਾਂ ਦੇ ਘਰਾਂ 'ਚ ਮਜਬੂਰੀਆਂ ਨਹੀਂ ਸੀ। ਆਪਾਂ ਮੌਕਾ ਪ੍ਰਸਤ ਤੇ ਖੁਦਗਰਜ ਹੋ ਚੁੱਕੇ ਆ ਕਿ ਜਦੋਂ ਕਿਸੇ ਨੇ ਕੋਈ
ग्रुप दे विच माड़ी जी गल करती उन्होंने आपां इदां हवा दिंने आ उहदी हनेरी लिया दिंने आ। किसी ते भी उंगल चक्कण तो पहला उहदे बारे जान लिया करो। जे यूनीयन का पैसा किसी यूनीयन लीडर वालों खाधा जाता तो आने वाले टाइम च उसनूं रिजल्ट भी मिलूगा। तो जिहड़ा साडे वास्ते तुहाडा पैसा वो जहर के बराबर आ। असीं उहनूं यूनीयन कम्मां वास्ते ते तुहाडे भले वास्ते लगावांगे। आपदे निजी स्वार्थ च आपदे निजी भले वास्ते यूनीयन वालों एक भी पैसा जिहड़ा खर्चा नहीं जाता। तो जदों तुसीं 24 तरीक नूं हिसाब लैण नूं जिहड़े जिहड़े मेरे वीर नूं हिसाब दे हजे भी कोई मन च शंका है तो 24 तरीक नूं मोहाली सारा दिन असीं उत्थे होवांगे। जदों मर्जी आण के कॉल कर लवे, नंबर जगह जगह उपर है, जदों मर्जी कॉल कर लवे उत्थे जिहड़ा सारिआं दे विच बैठ के जिहड़ा हिसाब आ वो दिता जाऊगा। कल्ले कल्ले पैसे दा कापियां तुहाडे अगे रख दित्तियां जाणगीआं, तुसीं उन्हां कापियां तो जिहड़ा हिसाब आ वो चैक कर सकदे हो। तां थोड़ा जिहा मन नूं संतुष्ट रखो। नौकरी कोई ज़्यादा दूर नहीं, नौकरी मिले चाहे ना मिले पर इज्जत बड़ी औखी कमाई है यूनीयन चों। तां किसी ते बलेम लाउण तो पहला प्लीज़ उहदे बारे जान जरूर लिया करो। 135 दिन सुरिंदरवीर टावर ते बैठा, 82 दिन अमन राणा ते परमपाल नकेरिया टैंकी ते बैठे। उस तो पहला 91 दिन साडे 5 साथी आ वो संगरूर टैंकी उपर बैठे। सब तो पहला सहाणे धरना लाया 70 जाणिਆਂ ਦੇ ਨਾਲ ਜਿਹੜੀ ਉਹ शुरुआत करी सी इस संघर्ष की। सब तो पहला दीनानगर करी सी पर दीनानगर तो बाद सब तो पहला ਜਿਹੜਾ ਧਰਨਾ ਸੀਗਾ ਉਹ 70 ਸਾਥੀਆਂ ਦੇ ਨਾਲ ਜਿਹੜਾ ਸੁਹਾਣਾ ਸਾਹਿਬ ਦੇ ਕੋਲ ਟੈਂਕੀ ਆ ਜਿੰਦੀਆਂ ਪੌੜੀਆਂ 32 ਫੁੱਟ ਟੁੱਟੀਆਂ ਹੋਈਆਂ ਸੀ ਉੱਥੋਂ ਸੰਘਰਸ਼ ਦੀ ਸ਼ੁਰੂਆਤ ਕਰੀ। ਤਾਂ ਅੱਜ ਤੁਹਾਡੇ ਸਾਹਮਣੇ ਜੇ 6635 ਪੋਸਟਾਂ 2364 ਪੋਸਟਾਂ ਨੇ तो यूनीयन की बदौलत आ। यूनीयन ते उंगल चक्कण तो पहला यूनीयन का इतिहास जरूर वेख्या करो। जेडे आ यूट्यूब वाले चैनलों वाले कोई गल आउंदी आ उहदी हनेरी बना दिंदे, उहदी हवा बना दिंदे आ, उन्हां नूं भी मैं सतर्क करदा कि तुसीं आपदे ग्रुप ते घट्टो घट्ट आपदे कंटैक्ट नंबर तो जरूर शेयर करो। क्योंकि तुहाडे गलत मैसेज करके किसी की इज्जत नूं तुसीं तार-तार कर रहे हो। तां तुसीं उनका प्रूफ नाल गल करो। मेरा नंबर जिथे मर्जी आ, जदों मर्जी जिहड़ा मैथेमैटिक नेचर वाला चैनल आ वो जदों मर्जी मेरे नाल फोन ते गल कर सकदा। जे मैनूं आपदा एड्रैस देवे जिथे भी होया मैं उन्होंने मिल लाऊंगा, मैं उहदे नाल सारी बैठ के गलबात करूँगा कि जो उसने बोलिया वो गलत सी ते कित्थे गलत सी मैं उसनूं ये भी दसूँगा। तां साथियों किसी भी तरह का मन च कोई डर भै रखने की लोड़ नहीं। यूनीयन तुहाडे नाल पहले दिन तो खड़ी आ ते हमेशा खड़ी रहूगी। NCT का जवाब कदों तक आ सकता है जी, ये जे सानू पता होंदा ते असीं तां हुणे उन्हां तों जवाब लै लैंदे। इसे चीज़ नूं ਜਿਹੜਾ हाँ केक कट्टिया गया चाहे नहीं कट्टिया गया वो कोई ਜਿਹੜੇ साथी आ 82 दिन जे वो टावर टैंकी के उपर बैठे सी सही सलामत घरां च आ गए ਤਾਂ ਤੁਸੀਂ ਉਹਨਾਂ 82 ਦਿਨਾਂ 'ਚ ਜਿਹੜੇ ਅੱਜ ਬਲੇਮ ਕਰ ਰਹੇ ਆ ਮੈਂ ਉਹਨਾਂ ਨੂੰ ਇੱਕ ਗੱਲ ਪੁੱਛਣਾ ਚਾਹੂੰਗਾ। ਤੁਸੀਂ ਉਹਨਾਂ 82 ਦਿਨਾਂ ਦੇ ਵਿੱਚ यूनीयन का उन्होंने टैंकी वाले साथियों का चाहे 135 दिन सुरिंदरवीर 71 दिन हरजीत वीर टावर ते रहा, तुसीं उन्हां साथियों का किन्ने दिन साथ दिता। जदों सुरिंदरवीर ते हरजीत वीर टावर ते सी तुसीं उत्थे किन्ना साथ दिता। तां बलेम लाउण लग्गिया पहलां आपदी पीढ़ी थल्ले सोटा मार लिया करो असीं किन्ना सही हाँ ते किन्ने गलत। तां साथियों जे किसी दे मन च हले भी कोई शंका तां 24 तरीक नूं असीं उत्थे सारे हाज़र होवांगे। 24 तरीक नूं आण के आपदा हिसाब आ वो जिहड़ा पूरी तरह वो लै सकदे ने। सानूं असीं कल्ले कल्ले तुहाडे पैसे दे देणदार आ,
ਜਿਹੜੀਆਂ ਰਹੀਆਂ, ਕੋਈ ਵੱਧ ਘੱਟ ਬੋਲ ਲਿਆ ਗਿਆ ਉਹਦੇ ਲਈ ਮਾਫੀ ਚਾਹੁੰਦਾ। ਲਗਭਗ ਗੱਲਾਂ ਸਾਰੀਆਂ ਜੋ ਉਹ ਸਵਾਲ ਸੀਗੇ, ਮੈਨੂੰ ਅੱਜ ਸਵੇਰ ਵੀ ਮੈਸੇਜ ਆਏ ਕਿ ਇਕੱਲੇ ਸਵਾਲ ਦਾ ਜਵਾਬ ਫੰਡ ਦਾ ਹਿਸਾਬ ਸੀ, ਹਾਈ ਕੋਰਟ ਦੇ ਵਕੀਲਾਂ ਨੂੰ ਕਿੰਨੇ ਪੈਸੇ ਦਿੱਤੇ, NCT ਦੇ ਜਵਾਬ ਦੀ ਗੱਲ ਸੀ, 6635 ਦੇ ਸਟੇ ਦੀ ਗੱਲ ਸੀ, 2364 ਪੋਸਟਾਂ ਸੰਬੰਧੀ ਗੱਲ ਸੀ ਤੇ ਨਵੇਂ ਨੋਟੀਫਿਕੇਸ਼ਨ ਸੰਬੰਧੀ ਗੱਲ ਸੀ। ਤਾਂ ਉਹ ਸਾਰੀਆਂ ਗੱਲਾਂ ਤੁਹਾਡੇ ਨਾਲ ਕੀਤੀਆਂ ਗਈਆਂ। ਬਾਕੀ ਜੇ ਫਿਰ ਵੀ ਕਿਸੇ ਨੂੰ ਕੋਈ ਸ਼ੰਕਾ, ਉਹ ਜਦੋਂ ਮਰਜ਼ੀ ਫੋਨ ਕਾਲ ਕਰਕੇ ਉਹ ਆਪਣਾ ਡਾਊਟ ਆ ਜਿਹੜਾ ਉਹ ਕਲੀਅਰ ਕਰ ਸਕਦਾ। ਜਿਹੜੇ ਲੋ ਮੈਰਿਟ ਵਾਲੇ ਸਾਥੀ ਆ ਉਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਕਿ ਲੋ ਹਜੇ ਕਾਫੀ ਜਿਹੜੀ ਮੈਰਿਟ ਆ ਉਹ ਥੱਲੇ ਆਉਣੀ ਆ। ਬਾਕੀ ਪ੍ਰਮਾਤਮਾ 2364 ਪੋਸਟਾਂ ਬਹਾਲ ਹੁੰਦੀਆਂ ਤਾਂ ਜਿਹੜਾ ਮੇਰਾ ਮੰਨਣਾ, ਜਿੰਨਾ ਕੁ ਅਸੀਂ ਫੀਲਡ 'ਚ ਵਰਕ ਕੀਤਾ ਕਿ 2364 ਪੋਸਟਾਂ ਬਹਾਲ ਹੋਣ ਦੇ ਨਾਲ 6635 ਪੋਸਟਾਂ ਆਉਣ ਨਾਲ ਸਾਡਾ ਕੋਈ ਵੀ ਜਿਹੜਾ ਪੁਰਾਣਾ ਸਾਥੀ ਆ, ਭਲਾ ਘੱਟ ਨੰਬਰ ਆ ਭਲਾ ਵੱਧ ਨੰਬਰ ਆ, ਕੋਈ ਵੀ ਸਾਥੀ ਜਿਹੜਾ ਜੌਬ ਤੋਂ ਉਹ ਵਾਂਝਾ ਨਹੀਂ ਰਹੂਗਾ। ਤਾਂ ਸਾਥੀਓ ਇੰਨਾ ਕਹਿੰਦਾ ਹੋਇਆ ਖਿਮਾ ਦਾ ਜਾਚਕਾਂ। ਬਾਕੀ ਫਿਰ ਮੈਂ ਉਹੀ ਗੱਲ ਦੁਹਰਾਉਣਾ ਚਾਹੂੰਗਾ ਕਿ 24 ਤਰੀਕ ਨੂੰ ਮੋਹਾਲੀ ਜਿਹੜੇ ਮੇਰੇ ਵੀਰ ਦੇ ਮਨ 'ਚ ਸ਼ੰਕਾ ਉੱਥੇ ਆਣ ਕੇ ਕੋਲ ਬੈਠ ਕੇ ਜਿਹੜਾ ਹਿਸਾਬ ਆ ਉਹ ਲੈ ਸਕਦਾ। ਧੰਨਵਾਦ ਸਾਥੀਓ। ਜੈ ਜਨਤਾ ਜੈ ਸੰਘਰਸ਼, ਜਿੱਤ ਲੜਦੇ ਲੋਕਾਂ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।